ਇੱਥੇ 1.27 ਬਿਲੀਅਨ ਆਬਾਦੀ ਵਸਦੀ ਹੈ। ਸੰਸਾਰ ਦੀ ਦੂਜੀ ਸਭ ਤੋਂ ਵੱਡੀ ਵਸੋਂ ਸਾਡੇ ਦੇਸ਼ ਵਿੱਚ ਹੈ। 32,87,263 ਵਰਗ ਕਿਲੋਮੀਟਰ ਦੇ ਨਾਲ ਭਾਰਤ ਸੰਸਾਰ ਦਾ 7ਵਾਂ ਵੱਡਾ ਦੇਸ਼ ਹੈ। 7500 ਕਿਲੋਮੀਟਰ ਦਾ ਸਾਨੂੰ ਸਮੁੰਦਰੀ ਤੱਟ ਲੱਗਦਾ ਹੈ। ਇੱਥੇ 22 ਵੱਡੀਆਂ ਜ਼ੁਬਾਨਾਂ ਅਤੇ 415 ਲਹਿਜੇ ਬੋਲੇ ਜਾਂਦੇ ਨੇ। ਭਾਰਤ ਦੁੱਧ, ਦਾਲਾਂ ਅਤੇ ਜੂਟ ਦੇ ਖੇਤਰ ਵਿੱਚ ਸਭ ਤੋਂ ਵੱਡਾ ਉਤਪਾਦਕ ਦੇਸ਼ ਹੈ। ਇਹੋ ਨਹੀਂ, ਚੌਲ, ਕਣਕ, ਗੰਨਾ, ਸਬਜ਼ੀਆਂ, ਫਲ ਅਤੇ ਕਪਾਹ ਦੇ ਮਾਮਲੇ ਵਿੱਚ ਸੰਸਾਰ ਦਾ ਦੂਜਾ ਵੱਡਾ ਦੇਸ਼ ਹੈ। ਗੱਲ ਇੱਥੇ ਨਹੀਂ ਮੁੱਕਦੀ। ਮਸਾਲੇ, ਮੱਛੀ, ਪੋਲਟਰੀ ਅਤੇ ਪਲਾਂਟੇਸ਼ਨ ਕ੍ਰੌਪ ਵਿੱਚ 2.1 ਟ੍ਰਿਲੀਅਨ ਡਾਲਰ ਦੀ ਸਮਰੱਥਾ ਨਾਲ ਭਾਰਤ ਅਮਰੀਕਾ, ਚੀਨ ਨੂੰ ਛੱਡ ਕੇ ਸੰਸਾਰ ਦਾ ਤੀਜਾ ਵੱਡਾ ਦੇਸ਼ ਹੈ। ਇੱਥੇ 45,000 ਤੋਂ ਵੱਧ ਪੌਦਿਆਂ ਦੀਆਂ ਕਿਸਮਾਂ ਹਨ ਅਤੇ 91,000 ਤੋਂ ਵੱਧ ਜੀਵ ਜੰਤੂਆਂ ਦੀਆਂ ਕਿਸਮਾਂ ਹਨ। ਭਾਰਤ 6.75% ਦੇ ਵਾਧੇ ਨਾਲ ਸੰਸਾਰ ਦੀ 6ਵੀਂ ਵੱਡੀ GDP ਆਰਥਿਕਤਾ ਹੈ। ਪਰਚੇਜ਼ਿੰਗ ਪਾਵਰ ਪੈਰਿਟੀ ਦੇ ਹਿਸਾਬ ਨਾਲ ਭਾਰਤ ਦਾ ਤੀਜਾ ਸਥਾਨ ਹੈ। ਬਾਵਜੂਦ ਇਸ ਦੇ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਅੰਕੜੇ ਕਹਿੰਦੇ ਨੇ ਕਿ 1995 ਤੱਕ ਭਾਰਤ ਵਿੱਚ 2,96,438 ਕਿਸਾਨ ਖੁਦਕੁਸ਼ੀ ਕਰ ਗਏ। ਕਹਾਣੀ ਇਸ ਤੋਂ ਬਾਅਦ ਵੀ ਰੁਕਦੀ ਨਹੀਂ ਹੈ। 2004 ਵਿੱਚ ਇੱਕ ਸਾਲ ਵਿੱਚ 18,241 ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ। 2014 ਤੱਕ ਵੀ ਕਿਸਾਨ ਖੁਦਕੁਸ਼ੀਆਂ ਦਾ ਅੰਕੜਾ 5,650 ਸੀ। 2017-18 ਦੀ ਰਿਪੋਰਟ ਮੁਤਾਬਕ ਭਾਰਤ ਵਿੱਚ ਕਿਸਾਨ ਖੁਦਕੁਸ਼ੀਆਂ ਦੇ ਮਾਮਲੇ ਰੋਜ਼ਾਨਾ ਦੇ 10 ਆਮ ਹਨ। 2020 ਦੇ ਕਰੋਨਾ ਕੁੰਡਾਬੰਦੀ ਦੀ ਤਹਿ ਵਿੱਚ ਅੱਧ ਵਿਚਕਾਰ ਘਰ ਪਹੁੰਚਣ ਤੋਂ ਪਹਿਲਾਂ ਹੀ ਮਰ ਗਏ ਮਜ਼ਦੂਰਾਂ ਦਾ ਕੋਈ ਅੰਕੜਾ ਨਹੀਂ ਹੈ। ਖੇਤੀਬਾੜੀ ਵਿਕਾਸ ਦਾ ਅੰਕੜਾ ਕਿੰਨਾ ਵੀ ਸੁਨਹਿਰਾ ਕਿਉਂ ਨਾ ਹੋਵੇ, ਪਰ ਕਿਸਾਨ ਦੀ ਆਰਥਿਕਤਾ ਨਿਰੰਤਰ ਡਿੱਗੀ ਹੈ। ਮਾਹਰ ਕਹਿੰਦੇ ਹਨ ਕਿ ਮੌਸਮਾਂ ਦੀ ਮਾਰ 'ਚ ਫਸਲਾਂ ਦਾ ਬਰਬਾਦ ਹੋਣਾ ਕਿਸਾਨ ਦੇ ਹਾਲਾਤ ਵਿੱਚ ਵੱਡਾ ਕਾਰਕ ਹੈ। ਮਹਾਤਮਾ ਗਾਂਧੀ ਕਹਿੰਦੇ ਸਨ ਕਿ ਭਾਰਤ ਦੀ ਆਤਮਾ ਪਿੰਡਾਂ ਵਿੱਚ ਵਸਦੀ ਹੈ। ਇਸੇ ਕਰਕੇ ਉਹਨਾਂ ਨੇ ਪੰਚਾਇਤ ਰਾਜ ਦਾ ਵਿਚਾਰ ਦਿੱਤਾ। ਪੰਚਾਇਤ ਰਾਜ ਦਾ ਪਿੰਡਾਂ ਨੂੰ ਖੁਦ ਮੁਖਤਾਰ ਬਣਾਉਣ ਦਾ ਸੁਪਨਾ ਹੈ। ਸੂਬਿਆਂ ਦੀ ਖੁਦ ਮੁਖਤਾਰੀ ਤਾਂ ਇਸ ਤੋਂ ਬਾਅਦ ਦੀ ਗੱਲ ਹੈ। ਅਸੀਂ ਨਿੱਕੇ ਹੁੰਦਿਆਂ ਤੋਂ ਸਕੂਲਾਂ 'ਚ ਪੜ੍ਹਦੇ ਆਏ ਹਾਂ ਕਿ ਭਾਰਤ ਇੱਕ ਖੇਤੀਬਾੜੀ ਪ੍ਰਧਾਨ ਦੇਸ਼ ਹੈ। 1990 ਤੋਂ ਬਾਅਦ ਰੂਰਲ ਇੰਡੀਆ ਦੇ ਨਾਅਰੇ ਨੂੰ ਦਬਾ ਕੇ ਅਰਬਨ ਇੰਡੀਆ ਦੀ ਜ਼ਮੀਨ ਤਿਆਰ ਕਰਦਿਆਂ ਸ਼ਾਈਨਿੰਗ ਇੰਡੀਆ ਦਾ ਨਾਅਰਾ ਸ਼ਹਿਰੀਕਰਨ ਦੀ ਚੜ੍ਹ ਸੀ। ਇਹਦੀ ਉਦਾਹਰਨ ਵੇਖਣੀ ਹੋਵੇ ਤਾਂ ਆਪਣੇ ਨੇੜੇ ਤੇੜੇ ਦੇ ਪਿੰਡ ਵੇਖੋ, ਜਿਨ੍ਹਾਂ ਨੂੰ ਸ਼ਹਿਰਾਂ ਨੇ ਕਲਾਵੇਂ 'ਚ ਲੈ ਲਿਆ ਹੈ। ਖੇਤੀਬਾੜੀ ਦੀ ਉਪਜਾਊ ਜ਼ਮੀਨਾਂ ਤੇ ਹੁਣ ਅੰਬਰਾਂ ਨੂੰ ਛੂੰਹਦੇ ਫਲੈਟ ਹਨ। ਕਿਸਾਨ ਦਾ ਪੁੱਤ ਹੁਣ ਕਿਸਾਨ ਨਹੀਂ ਬਣਦਾ। ਇਹਦਾ ਕਾਰਨ ਕਿਸਾਨੀ ਨਹੀਂ, ਸਰਕਾਰ ਦੀਆਂ ਨੀਤੀਆਂ ਹਨ ਅਤੇ ਇਸੇ ਦੀ ਅਗਲੀ ਕੜੀ ਇਹ 3 ਕਾਨੂੰਨ ਹਨ। ਖੇਤੀਬਾੜੀ ਸਿਰਫ ਢਿੱਡ ਦਾ ਮਸਲਾ ਨਹੀਂ ਹੈ, ਇਹ ਮਸਲਾ ਹੈ ਪੂਰੀ ਦੀ ਪੂਰੀ ਸੱਭਿਅਤਾ ਨੂੰ ਬਰਬਾਦ ਕਰਨ ਦਾ। ਕੀ ਇੱਕ ਵਾਰ ਫੇਰ ਸਿੰਧੂ ਘਾਟੀ ਦੀ ਸੱਭਿਅਤਾ ਬਰਬਾਦ ਹੋ ਰਹੀ ਹੈ ਅਤੇ ਅਵਸ਼ੇਸ਼ 'ਚ ਕੀ ਮਿਲੇਗਾ? ਸਿਰਫ ਤਵਾਰੀਖਾਂ ਦਾ ਕੱਟਾ ਅਤੇ ਦੱਬੀਆਂ ਵਿਲਕਦੀਆਂ ਲਾਸ਼ਾਂ ਦਾ ਰੁਦਨ। ਦੀ ਅਨਮਿਊਟ ਦਾ ਪ੍ਰੋਗਰਾਮ ਇਸੇ ਸਿਲਸਿਲੇ ਦਾ ਨਾਮ ਹੈ। ਇਸ ਤਹਿਤ ਅਸੀਂ ਲੜੀਵਾਰ ਤੁਹਾਨੂੰ ਹਰ ਮਸਲੇ, ਹਰ ਨਬਜ਼ ਤੇ ਰੂਬਰੂ ਕਰਾਂਗੇ। ਇਸ ਦੀ ਪਹਿਲੀ ਲੜੀ ਹੈ ਜੋਗਿੰਦਰ ਸਿੰਘ ਜਿੰਦੂ ਹੁਣਾਂ ਨਾਲ, ਜੋ ਕਿ ਪੇਸ਼ੇਵਰ ਤੌਰ ਤੇ ਵਕੀਲ ਹਨ। ਇਹਨਾਂ ਨਾਲ ਗੱਲਬਾਤ ਕਰਨੀ ਇਸ ਕਰਕੇ ਜ਼ਰੂਰੀ ਹੈ ਤਾਂ ਕਿ ਇੱਕ ਵਾਰ ਇਹਨਾਂ 3 ਕਾਨੂੰਨਾਂ ਦੀ ਬਣਤਰ ਨੂੰ ਸਮਝਿਆ ਜਾ ਸਕੇ। 5 ਜੂਨ ਨੂੰ 2020 ਨੂੰ ਭਾਰਤ ਦੇ ਰਾਸ਼ਟਰਪਤੀ ਨੇ 3 ਆਰਡੀਨੈਂਸ ਜਾਰੀ ਕੀਤੇ ਹੈ। ਜਿਹੜਾ ਪਹਿਲਾ ਆਰਡੀਨੈਂਸ ਉਹਨਾਂ ਦਾ ਹੈਗਾ ਹੈ ਫਾਰਮਰਸ ਇੰਪਾਵਰਮੈਂਟ ਐਂਡ ਪ੍ਰੋਟੈਕਸ਼ਨ, ਅਤੇ ਉਹਦੇ ਨਾਲ ਹੀ ਐਗਰੀਮੈਂਟ ਔਨ ਫਾਰਮ ਸਰਵਿਸਿਜ਼ ਐਂਡ ਪ੍ਰਾਈਸ ਐਸ਼ੋਰੈਂਸ ਦਾ ਆਰਡੀਨੈਂਸ ਹੈ। ਸੈਕੰਡ ਆਰਡੀਨੈਂਸ ਜਿਹੜਾ ਉਹਨਾਂ ਨੇ ਜਾਰੀ ਕੀਤਾ ਹੈ ਦਾ ਫਾਰਮਰਸ ਪ੍ਰੋਡਿਊਸ ਪ੍ਰਮੋਸ਼ਨ ਐਂਡ ਫੈਸਿਲਿਟੇਸ਼ਨ ਟ੍ਰੇਡ ਐਂਡ ਕਮਰਸ, ਜਿਹੜਾ ਹੈ ਦਾ ਆਰਡੀਨੈਂਸ ਹੈ
ਤੀਜਾ ਆਰਡੀਨੈਂਸ ਉਹਨੇ ਜਾਰੀ ਕੀਤਾ ਹੈ ਅਸੈਂਸ਼ੀਅਲ ਕਮੋਡਿਟੀ ਐਕਟ, ਜਿਹੜਾ ਹੈ 1955 ਚ ਬਣਿਆ ਸੀ, ਉਹਦੀ ਅਮੈਂਡਮੈਂਟ ਦਾ ਹੈ। ਇਹ ਨਵਾਂ ਨਹੀਂ ਹੈ, ਦੋ ਤਾਂ ਨਵੇਂ ਆਰਡੀਨੈਂਸ ਹੈ ਤੇ ਇੱਕ ਆਰਡੀਨੈਂਸ ਪਹਿਲੇ ਕਿਸੇ ਐਕਟ ਨੂੰ ਅਮੈਂਡ ਕਰਦਾ ਆਰਡੀਨੈਂਸ ਹੈ 5 ਜੂਨ ਨੂੰ। ਹਿੰਦੁਸਤਾਨ 'ਚ 10,000 ਸਾਲ ਤੋਂ ਜਿਹੜੀ ਰਿਸਰਚਰ ਨੇ ਖੋਜ ਕੀਤੀ ਹੈ, ਉਹ 10,000 ਸਾਲ ਕਿਹਾ ਕਿ ਖੇਤੀ ਕਰਦਾ ਆ ਰਿਹਾ ਮਨੁੱਖ। ਕੁਝ ਟੀਮਾਂ ਐਸੀਆਂ ਵੀ ਹਨ ਰਿਸਰਚਰਸ ਦੀਆਂ ਜਿਨ੍ਹਾਂ ਨੇ ਕਿਹਾ ਕਿ 12,000 ਸਾਲ ਤੋਂ ਮਨੁੱਖ ਖੇਤੀ ਕਰਦਾ ਆ ਰਿਹਾ। ਕੁਛ ਜਿਹੜੀ ਲੇਟੈਸਟ ਖੋਜ ਰਿਸਰਚ ਹੋਈ ਹੈ, ਜਿਹੜੀ 4 ਯੂਨੀਵਰਸਿਟੀਆਂ ਨੇ ਰਲ ਕੇ ਕੀਤੀ ਹੈ, ਜਿਹਦੇ 'ਚ ਹਾਰਵਰਡ ਯੂਨੀਵਰਸਿਟੀ ਵੀ ਹੈ, ਉਸ ਨੇ ਕਿਹਾ ਕਿ ਮਨੁੱਖ ਜਿਹੜੀ ਖੇਤੀ ਕਰਦਾ ਆ ਰਿਹਾ ਉਹ 22,000 ਸਾਲ, ਖੇਤੀ ਨਹੀਂ ਪੌਦੇ ਜਿਹੜੇ ਲਾਉਣ ਲੱਗਿਆ ਸੀ 22,000 ਸਾਲ ਪਹਿਲਾਂ ਲਾਉਣ ਲੱਗਿਆ ਸੀ। ਇੱਕ ਗੱਲ ਨਿਸ਼ਚਿਤ ਹੈ ਵੀ 10,000 ਤੋਂ ਵੱਧ ਸਾਲ ਹੋ ਗਏ ਮਨੁੱਖ ਨੂੰ ਖੇਤੀ ਕਰਦਿਆਂ ਨੂੰ। ਖੇਤੀ ਦਾ ਜਿਹੜਾ ਸਿਸਟਮ ਹੈ, ਭਾਰਤ ਦੇ ਰਾਸ਼ਟਰਪਤੀ ਨੇ 5 ਜੂਨ ਨੂੰ ਜਿਹੜਾ 10,000 ਦਾ ਖੇਤੀ ਕਰਨ ਦਾ ਸਿਸਟਮ ਸੀ, ਉਸ ਨੂੰ ਆਰਡੀਨੈਂਸਾਂ ਰਾਹੀਂ ਬਦਲਤਾ, 3 ਰਾਹੀਂ। ਆਰਡੀਨੈਂਸ ਪ੍ਰੈਜ਼ੀਡੈਂਟ ਦੀ ਪਾਵਰ ਹੈ ਆਰਡੀਨੈਂਸ ਜਾਰੀ ਕਰਨ ਦੀ, ਤੇ ਉਹ ਪਾਵਰ ਪ੍ਰੈਜ਼ੀਡੈਂਟ ਦੀ ਜਿਹੜੀ ਹੈ ਆਰਟੀਕਲ 123 'ਚ ਹੈ ਕੌਨਸਟੀਟਿਊਸ਼ਨ 'ਚ। ਆਰਡੀਨੈਂਸ ਜਾਰੀ ਕਰ ਸਕਦਾ ਹੈ ਉਹ ਵਿਸ਼ੇਸ਼ ਪਰਿਸਥਿਤੀਆਂ 'ਚ, ਵੀ ਕੋਈ ਐਮਰਜੈਂਟ ਇਸ ਤਰ੍ਹਾਂ ਦੀ ਸਿਚੁਏਸ਼ਨ ਪੈਦਾ ਹੋ ਗਈ ਜਦੋਂ ਪਾਰਲੀਮੈਂਟ ਇਨ ਸੈਸ਼ਨ ਨਹੀਂ ਹੈ। ਪਾਰਲੀਮੈਂਟ ਇਨ ਸੈਸ਼ਨ ਨਹੀਂ, ਜਿਹੜਾ ਪਾਰਲੀਮੈਂਟ ਉੱਠ ਗਈ ਤੇ ਦੁਬਾਰਾ ਬੈਠਣ ਦੇ ਸਮੇਂ ਨੂੰ ਪੀਰੀਅਡ ਆਫ ਰਿਸੈਸ ਕਹਿੰਦੇ ਆ, ਅੱਧੀ ਛੁੱਟੀ ਦਾ ਸਮਾਂ। ਅੱਧੀ ਛੁੱਟੀ ਦੇ ਸਮੇਂ 'ਚ ਉਹਨਾਂ ਨੇ 3 ਆਰਡੀਨੈਂਸ ਕਰਕੇ ਹਿੰਦੁਸਤਾਨ ਦਾ 10,000 ਸਾਲ ਦਾ ਜਿਹੜਾ ਖੇਤੀ ਦਾ ਚੱਲ ਰਿਹਾ ਸਿਸਟਮ ਸੀ, ਜਿਹੜਾ ਸਟੈਪ ਬਾਈ ਸਟੈਪ ਡਿਵੈਲਪ ਹੋਇਆ ਸੀ, ਬਦਲਤਾ ਹੈ। ਪ੍ਰੈਜ਼ੀਡੈਂਟ ਦੀ ਇਸ ਤਰ੍ਹਾਂ ਦੀ ਪਾਵਰ ਨਹੀਂ ਹੈ ਕੋਈ। ਪ੍ਰੈਜ਼ੀਡੈਂਟ ਦੀ ਪਾਵਰ ਓਨਲੀ ਆਰਡੀਨੈਂਸ ਜਾਰੀ ਕਰਨ ਦੀ, ਕਿਸੇ ਗੈਪ ਨੂੰ ਫਿਲ ਕਰਨ ਲਈ ਹੁੰਦੀ ਹੈ, ਕਿਸੇ ਸਿਸਟਮ ਨੂੰ ਬਦਲਣ ਲਈ ਨਹੀਂ ਹੁੰਦੀ ਹੈ, ਜਿਹੜਾ ਉਹਨਾਂ ਨੇ ਕਰਤਾ। ਇਹ ਆਰਡੀਨੈਂਸ ਜਿਹੜੇ ਹੈ ਐਕਟ ਦਾ ਰੂਪ ਲੈ ਗਏ, 3 ਹੀ। ਪਹਿਲਾ ਮਤਲਬ ਉਹਨਾਂ ਨੇ ਸਿਰਫ ਇਹਦੇ ਅੰਦਰ ਐਕਟ ਵਰਡ ਬਦਲਿਆ, ਬਾਕੀ ਸਾਰੇ ਐਜ਼ ਇਟ ਇਜ਼ ਉਸ ਤਰ੍ਹਾਂ ਹੀ ਲੈ ਲਏ ਹੈ। ਪਹਿਲਾ ਲੈ ਲਿਆ ਉਹਨਾਂ ਨੇ ਦ ਫਾਰਮਰਸ ਐਮਪਾਵਰਮੈਂਟ ਐਂਡ ਪ੍ਰੋਟੈਕਸ਼ਨ ਤੇ ਐਗਰੀਮੈਂਟ ਔਨ ਫਾਰਮ ਸਰਵਿਸਿਜ਼ ਐਂਡ ਪ੍ਰਾਈਸ ਅਸ਼ੋਰੈਂਸ ਐਕਟ 2020। ਦੂਜੇ ਦਾ ਉਹਨਾਂ ਨੇ ਕਰ ਲਿਆ ਦਾ ਫਾਰਮਰਸ ਪ੍ਰੋਡਿਊਸ ਟ੍ਰੇਡ ਐਂਡ ਕਮਰਸ ਪ੍ਰਮੋਸ਼ਨ ਐਂਡ ਫੈਸਿਲੀਟੇਸ਼ਨ ਐਕਟ। ਤੀਜਾ ਉਹਨਾਂ ਨੇ ਕਰ ਲਿਆ ਅਸੈਂਸ਼ੀਅਲ ਸਰਵਿਸ ਅਮੈਂਡਮੈਂਟ ਐਕਟ। 3 ਉਹਨਾਂ ਨੇ ਪਾਰਲੀਮੈਂਟ ਨੇ 26 ਨਵੰਬਰ 2020 ਨੂੰ ਇਹ ਪਾਸ ਕਰਤੇ। ਇੱਕ ਬੇਸਿਕ ਕੁਐਸਚਨ ਹੈ ਇੱਥੇ। ਪਹਿਲਾ ਕੁਐਸਚਨ ਸਭ ਤੋਂ ਵੱਡਾ, ਜਿਹੜਾ ਜਦੋਂ ਮੈਂ ਐਕਟ ਪੜ੍ਹ ਰਿਹਾ ਸੀ, ਮੈਂ ਇਹ ਮਹਿਸੂਸ ਕੀਤਾ, ਪੜ੍ਹਦਿਆਂ ਮੈਂ 9 ਟਾਈਮਸ ਇਹ ਐਕਟ ਪੜ੍ਹੇ। ਮੈਂ ਉਹਨਾਂ ਨੂੰ ਪੜ੍ਹਿਆ, ਕੱਲਾ ਇੱਥੇ ਆਰਡੀਨੈਂਸ ਰੱਖੇ ਟੇਬਲ 'ਤੇ, ਇੱਥੇ ਐਕਟਸ ਰੱਖੇ, ਇੱਥੇ ਮੈਂ ਡਿਕਸ਼ਨਰੀਆਂ ਰੱਖੀਆਂ, ਇੱਥੇ ਮੈਂ ਕੌਨਸਟੀਟਿਊਸ਼ਨ ਰੱਖਿਆ ਇੰਡੀਆ ਦਾ, ਤੇ ਉਧਰ ਮੈਂ ਆਪਣਾ ਸਟੈਨੋ ਬਿਠਾ ਕੇ ਸਰਚ ਜਿਹੜੇ ਫੀਲਡ 'ਤੇ ਲਾਈ ਹੈ। ਮੈਨੂੰ ਪੜ੍ਹਦਿਆਂ ਬੜੀ ਅਜੀਬ ਲੱਗਿਆ ਇੱਕ ਗੱਲ, ਜਦੋਂ ਮੈਂ ਦੇਖ ਰਿਹਾ ਸੀ ਕਿ ਮੈਨੂੰ ਉਹਦੀ ਲੈਂਗੁਏਜ ਆਰਡੀਨੈਂਸਸ ਦੀ ਤੇ ਐਕਟਸ ਦੀ 'ਚ ਕੋਈ ਫਰਕ ਨਹੀਂ ਨਜ਼ਰ ਆਇਆ। ਫਿਰ ਉਹ ਮੈਂ ਵਰਡ ਟੂ ਵਰਡ, ਕੋਮਾ ਟੂ ਕੋਮਾ, ਸਟਾਪ ਟੂ ਸਟਾਪ ਮਿਲਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਜਿਹੜੇ ਜਾਰੀ ਹੋਏ ਆਰਡੀਨੈਂਸ ਹੈ ਤੇ ਜਿਹੜੇ ਐਕਟ ਹੈ ਜਿਹੜੇ ਪਾਰਲੀਮੈਂਟ ਨੇ ਪਾਸ ਕੀਤੇ, ਉਹਨਾਂ 'ਚ ਇੱਕ ਅੱਖਰ, ਇੱਕ ਕੋਮਾ, ਇੱਕ ਸਟਾਪ ਦਾ ਵੀ ਫਰਕ ਨਹੀਂ ਹੈ। ਮਤਲਬ ਬੇਸਿਕ ਕੁਐਸਚਨ, ਭਾਰਤ ਦੀ ਪਾਰਲੀਮੈਂਟਰੀ ਡੈਮੋਕ੍ਰੇਸੀ ਇੰਨੀ ਬੌਨੀ ਕਰ ਦਿੱਤੀ ਗਈ ਹੈ ਕਿ ਜਿਹੜੇ ਐਕਟ ਰਾਸ਼ਟਰਪਤੀ ਨੇ ਪਾਸ ਕੀਤੇ ਉਹ ਐਜ਼ ਇਟ ਇਜ਼ ਹੀ, ਬਿਨਾਂ ਚੇਂਜ ਕਰਿਆ ਸਿੰਗਲ ਵਰਡ ਦੇ, ਉਹ ਐਜ਼ ਇਟ ਇਜ਼ ਮਤਲਬ ਆਰਡੀਨੈਂਸ ਜਿਹੜੇ ਕੀਤੇ ਸੀ ਐਕਟ ਦਾ ਰੂਪ ਲੈ ਕੇ। ਮਤਲਬ ਤੁਸੀਂ ਅੰਦਾਜ਼ਾ ਲਾਓ ਕਿ ਕਿਸੇ ਕੈਬਨਿਟ ਦੀ ਕੋਈ ਕੰਟਰੀਬਿਊਸ਼ਨ ਨਹੀਂ ਉਹਦੇ ਅੰਦਰ ਪਾਰਲੀਮੈਂਟ ਦੇ ਮੈਂਬਰਾਂ ਦੀ ਕੋਈ ਕੰਟਰੀਬਿਊਸ਼ਨ ਨਹੀਂ ਹੈ, ਉਹਦੇ ਅੰਦਰ ਪੂਰੀ ਦੀ ਪੂਰੀ ਪਾਰਲੀਮੈਂਟ ਦੀ 545 ਮੈਂਬਰ ਪਾਰਲੀਮੈਂਟ ਦੇ ਹੈ ਤੇ 250 ਮੈਂਬਰ ਸਾਡੀ ਰਾਜ ਸਭਾ ਦੇ ਹੈ, ਉਹਨਾਂ ਐਕਟਾਂ ਦੇ ਅੰਦਰ ਕੋਈ ਵੀ ਕੰਟਰੀਬਿਊਸ਼ਨ ਨਹੀਂ। ਜਿਹੜਾ ਆਰਡੀਨੈਂਸ ਹੋਇਆ ਸੀ ਉਹ ਰੂਪ ਬਣ ਗਿਆ। ਲੱਗਦਾ ਇਸ ਤਰ੍ਹਾਂ ਵੀ ਇਹ ਸਿਰਫ ਇਹਨਾਂ ਦੇ ਐਕਸਪਰਟਸ ਨੇ ਨਹੀਂ, ਉਹਨਾਂ ਦੇ ਦੇਖਣ ਤੋਂ ਇਹ ਕਾਰਪੋਰੇਟ ਦੇ ਐਕਸਪਰਟਸ ਨੇ ਬਣਾ ਕੇ ਦਿੱਤੇ ਤੇ ਇਹਨਾਂ ਨੇ ਪਾਸ ਕਰ ਦਿੱਤੇ। ਇਹਨਾਂ ਨੇ ਐਜ਼ ਇਟ ਇਜ਼ ਉਹਦੇ 'ਤੇ ਠੱਪੇ ਲਾ ਕੇ ਪਹਿਲਾਂ ਉਹਨੂੰ ਆਰਡੀਨੈਂਸ ਜਾਰੀ ਕੀਤਾ ਤੇ ਫਿਰ ਉਹਨਾਂ ਨੂੰ ਐਕਟਾਂ ਦੇ ਰੂਪ 'ਚ ਪਾਸ ਕਰਤੇ। ਜਿੱਥੋਂ ਤੱਕ ਸਵਾਲ ਹੈ ਕਿ ਕੀ ਭਾਰਤ ਦੇ ਰਾਸ਼ਟਰਪਤੀ ਨੂੰ ਜਾਂ ਭਾਰਤ ਦੀ ਪਾਰਲੀਮੈਂਟ ਨੂੰ ਇਹਨਾਂ 'ਤੇ ਕਾਨੂੰਨ ਬਣਾਉਣ ਦਾ ਅਧਿਕਾਰ ਹੈ? ਕੌਨਸਟੀਟਿਊਸ਼ਨ ਸਾਡਾ ਇਹ ਪ੍ਰੋਵਾਈਡ ਕਰਦਾ ਹੈ? ਸਾਡਾ ਕੌਨਸਟੀਟਿਊਸ਼ਨ ਇਹ ਪ੍ਰੋਵਾਈਡ ਨਹੀਂ ਕਰਦਾ ਹੈ। ਕੌਨਸਟੀਟਿਊਸ਼ਨ ਦਾ ਜਿਹੜਾ ਹੈ 7th ਸ਼ਡਿਊਲ ਹੈ ਕੌਨਸਟੀਟਿਊਸ਼ਨ ਦਾ, ਜਿਹਦੇ ਅੰਦਰ ਡਿਮਾਰਕੇਸ਼ਨ ਕੀਤੀ ਹੋਈ ਹੈ ਕਲੀਅਰ ਕੱਟ ਕਿ ਸਟੇਟ ਦਾ ਕਿਹੜਾ ਵਿਸ਼ਾ ਹੈ, ਸੈਂਟਰ ਦਾ ਕਿਹੜਾ ਵਿਸ਼ਾ ਹੈ ਤੇ ਇਹਦਾ ਕਿਹੜਾ ਵਿਸ਼ਾ ਜਿਹਦੇ 'ਤੇ ਉਹ ਕਾਨੂੰਨ ਬਣਾ ਸਕਦੇ ਆ। ਕਨਕਰੈਂਟ ਕਿਹੜਾ, ਸਮਵਰਤੀ ਕਿਹੜਾ, 3 ਲਿਸਟਾਂ ਉਹਦੇ ਅੰਦਰ, ਸੈਂਟਰ ਲਿਸਟ, ਸਟੇਟ ਲਿਸਟ ਤੇ ਕਨਕਰੈਂਟ ਲਿਸਟ। ਸੈਂਟਰ ਤੇ ਲਿਸਟ 'ਤੇ ਸੈਂਟਰ ਕਾਨੂੰਨ ਬਣਾ ਸਕਦਾ ਹੈ, ਸਟੇਟ ਦੀ ਲਿਸਟ 'ਤੇ ਸਟੇਟ ਕਾਨੂੰਨ ਬਣਾ ਸਕਦਾ ਹੈ, ਤੇ ਜਿਹੜੀ ਸਮਵਰਤੀ ਸੂਚੀ ਹੈ ਉਹਦੇ 'ਤੇ ਸਾਰੇ ਦੋਨੋਂ ਹੀ, ਸੈਂਟਰ ਵੀ ਸਟੇਟ ਵੀ ਕਾਨੂੰਨ ਬਣਾ ਸਕਦਾ ਹੈ। ਜੇ ਕੁਐਸਚਨ ਆ ਜੇ ਕਿ ਇਹਨਾਂ ਦੇ ਅੰਦਰ ਕਿਤੇ ਕਨਫਰੰਟੇਸ਼ਨ ਆ ਰਹੀ ਹੈ
ਤਾਂ ਫਿਰ ਪ੍ਰਵੇਲ ਜਿਹੜਾ ਹੈ ਉਹ ਪਾਰਲੀਮੈਂਟ ਦਾ ਬਣਾਇਆ ਹੋਇਆ ਕਾਨੂੰਨ ਪ੍ਰਵੇਲ ਓਪਨ ਕਰੋ। ਮਤਲਬ ਪੂਰੀ ਦੀ ਪੂਰੀ ਜਿਹੜੀ 97 ਲਿਸਟ ਐਂਟਰੀਜ਼ ਹੈ ਜਿਹੜੀ ਸੈਂਟਰਲ ਲਿਸਟ ਹੈ, 97 ਐਂਟਰੀ 'ਚ ਇੱਕ ਵੀ ਐਗਰੀਕਲਚਰ ਨਾਲ ਸੰਬੰਧਿਤ ਨਹੀਂ ਹੈ। ਐਗਰੀਕਲਚਰ ਵਰਡ ਵੀ ਹੈ ਨਹੀਂ ਕਿਤੇ। ਕਾਹਦੀ ਖੇਤੀ ਹੈ? ਸਿਰਫ ਉਹਨਾਂ ਕੋਲੇ ਹੈ ਫੀਮ ਦੀ ਖੇਤੀ। ਫੀਮ ਦੀ ਖੇਤੀ ਤੇ ਕੇਂਦਰ ਕਾਨੂੰਨ ਬਣਾ ਸਕਦਾ। ਖੇਤੀ ਤੇ ਵਪਾਰ, ਫੀਮ ਦਾ ਜਿਹੜਾ ਪ੍ਰੋਡਕਸ਼ਨ ਤੇ ਉਹਨਾਂ ਨੇ ਜਿਹੜਾ ਟ੍ਰੇਡ ਵਰਡ ਉਹਦੇ ਅੰਦਰ ਯੂਜ਼ ਕੀਤਾ, ਓਨਲੀ ਫੀਮ, ਕਿਉਂਕਿ ਫੀਮ ਇੱਕ ਨਸ਼ਾ ਵੀ ਹੈ। ਇਸ ਕਰਕੇ ਸੈਕੰਡ ਸੈਂਟਰ ਕੋਲੇ ਅਧਿਕਾਰ ਹੈ ਕਿ ਉਹ ਟੈਰੀਟੋਰੀਅਲ ਵਾਟਰਸ ਤੋਂ ਅੱਗੇ ਜਾ ਕੇ ਖੇਤੀ ਕਰ ਸਕਦੇ ਆ। ਸਾਡੀ ਖੇਤੀ ਸਮੁੰਦਰ 'ਚ ਵੀ ਹੁੰਦੀ ਹੈ। ਸਾਡੀ ਖੇਤੀ ਇਹ ਨਹੀਂ ਇਕੱਲਾ ਵੀ ਧਰਤੀ 'ਤੇ ਹੁੰਦੀ ਹੈ, ਪਹਾੜ 'ਤੇ ਹੁੰਦੀ ਹੈ, ਵਾਟਰ ਬੋਡੀਜ਼ 'ਤੇ ਹੁੰਦੀ ਹੈ, ਮਤਲਬ ਦਰਿਆਵਾਂ 'ਚ ਹੁੰਦੀ ਹੈ। ਸਾਡੀ ਖੇਤੀ ਮਤਲਬ ਜਿਹੜੀ ਹੈ ਸਮੁੰਦਰ 'ਚ ਵੀ ਹੁੰਦੀ ਹੈ। ਸਮੁੰਦਰ 'ਚ 2-3 ਕਿਸਮ ਦੀ ਖੇਤੀ ਹੁੰਦੀ ਹੈ। ਇੱਕ ਤਾਂ ਫਿਸ਼ਿੰਗ ਹੁੰਦੀ ਹੈ, ਇੱਕ ਫਿਸ਼ਰੀ ਹੁੰਦੀ ਹੈ, ਮਤਲਬ ਮੱਛੀ ਪਕੜਨ ਅਤੇ ਮੱਛੀ ਪਾਲਣ। ਇਹਦੇ ਨਾਲ ਹੀ ਉੱਥੇ ਜਿਹੜੇ ਖਣਿਜ ਹੈ ਸਮੁੰਦਰ ਦੇ ਅੰਦਰ ਹੁੰਦੇ ਆ, ਪਦਾਰਥ ਮਿਨਰਲਸ ਵਗੈਰਾ ਜਿਹੜੇ ਸਮੁੰਦਰ ਦੇ ਅੰਦਰ ਹੁੰਦੇ ਆ, ਉਹਨਾਂ ਦੀ ਖੇਤੀ ਸਮੁੰਦਰ ਦੇ ਅੰਦਰ ਹੁੰਦੀ ਹੈ। ਸਮੁੰਦਰ ਦੇ ਜਦੋਂ ਤੁਸੀਂ ਕਿਨਾਰੇ 'ਤੇ ਜਾਓਗੇ ਤਾਂ ਟੈਰੀਟੋਰੀਅਲ ਵਾਟਰ ਜਿਹੜੇ ਡਿਫਾਈਨ ਕੀਤੇ ਹੋਏ ਆ, ਪਹਿਲਾਂ ਮਤਲਬ ਇੰਟਰਨਲ ਵਾਟਰਸ ਹੈ ਜਿਹੜੇ ਐਡਜੋਇਨਿੰਗ ਹੈ, ਜਿਹੜੇ ਸਮੁੰਦਰ ਤੋਂ ਪਹਿਲਾਂ ਸ਼ੁਰੂ ਹੁੰਦੇ ਆ। ਸਾਡੇ ਕੋਲੇ 8000 ਕਿਲੋਮੀਟਰ ਦਾ ਮਤਲਬ ਜਿਹੜਾ ਸਮੁੰਦਰ ਦਾ ਤੱਟ ਹੈ, ਬਹੁਤ ਵੱਡਾ ਤੱਟ ਹੈ ਸਾਡੇ ਕੋਲੇ, ਭਾਰਤ ਕੋਲੇ ਬਹੁਤ ਪਾਸੇ ਉਹਦੇ ਲੱਗਦਾ ਹੈ। ਅਤੇ ਪਹਿਲੇ ਜਿਹੜੇ ਇੰਟਰਨਲ ਵਾਟਰ ਹੈ, ਇੰਟਰਨਲ ਵਾਟਰ ਤੋਂ ਅਗਲੇ ਜਿਹੜੇ ਹੈ ਉਹ 12 ਨੌਟੀਕਲ ਮਾਈਲ ਸਮੁੰਦਰੀ ਮੀਲ, ਆਮ ਮੀਲ ਨਾਲੋਂ ਵੱਡਾ 1852 ਮੀਟਰ ਦਾ ਇੱਕ ਨੌਟੀਕਲ ਮਾਈਲ ਹੁੰਦਾ ਹੈ। 12 ਨੌਟੀਕਲ ਮਾਈਲ ਟੈਰੀਟੋਰੀਅਲ ਵਾਟਰਸ ਹੈ ਜਿਹਦੇ 'ਤੇ ਸਟੇਟ ਦਾ ਅਧਿਕਾਰ ਹੈ। ਇਸ ਤੋਂ ਅਗਲਾ ਜਿਹੜਾ ਕੰਟੀਗੂਅਸ ਵਾਟਰ ਹੈ, ਜਿਹਨੂੰ ਨਿਕਟਮ ਪਾਣੀ ਤੁਸੀਂ ਕਹਿ ਸਕਦੇ ਹੋ, 12 ਨੌਟੀਕਲ ਮਾਈਲਸ ਉਹ ਹੈ। ਉਸ ਤੋਂ ਅਗਲਾ ਜਿਹੜਾ ਹੈ ਮਤਲਬ ਜਿਹੜਾ ਐਕਸਕਲੂਸਿਵ ਇਕੋਨਮਿਕ ਜ਼ੋਨ ਹੈ, ਐਕਸਕਲੂਸਿਵ ਇਕੋਨਮੀ ਜ਼ੋਨ 176 ਨੌਟੀਕਲ ਮਾਈਲਸ ਹੈ ਸਮੁੰਦਰੀ ਮੀਲ। ਇਹ ਸਾਰਾ 200 ਸਮੁੰਦਰੀ ਮੀਲ ਬਣਦਾ ਹੈ। 200 ਮੀਲ ਸਮੁੰਦਰੀ ਮੀਲ 'ਤੇ ਖੇਤੀ ਕਰਨ ਦਾ ਅਧਿਕਾਰ ਜਿਹੜਾ ਹੈ ਇਹ ਸਾਰਾ ਟੈਰੀਟੋਰੀਅਲ ਵਾਟਰਸ ਹੈ। ਇਹ ਸਾਰਾ ਅਧਿਕਾਰ ਸਟੇਟ ਦਾ ਹੈ, ਜਿਨ੍ਹਾਂ ਸਟੇਟਾਂ ਦੇ ਨਾਲ ਲੱਗਦਾ ਹੈ। ਸੈਂਟਰ ਦਾ ਅਧਿਕਾਰ ਕਿੱਥੇ ਸ਼ੁਰੂ ਹੁੰਦਾ ਹੈ? ਸੈਂਟਰ ਦਾ ਅਧਿਕਾਰ ਸ਼ੁਰੂ ਹੁੰਦਾ ਉਸ ਤੋਂ ਅਗਲੇ ਪਾਸੇ ਇੰਟਰਨੈਸ਼ਨਲ ਸੀ ਸ਼ੁਰੂ ਹੋ ਗਿਆ। ਇੰਟਰਨੈਸ਼ਨਲ ਸੀ 'ਤੇ ਖੇਤੀ ਕਰਨ ਦਾ ਅਧਿਕਾਰ ਸੈਂਟਰ ਕੋਲੇ ਹੈ, ਪਰ ਉਹ ਵਿਦ ਦੀ ਪਰਮਿਸ਼ਨ ਆਫ UN ਹੈ। 1882 ਦਾ UN ਦਾ ਚਾਰਟਰ ਹੈ, ਲਾਅ ਜਿਹੜਾ ਸਮੁੰਦਰ 'ਤੇ ਕਾਨੂੰਨ ਹੈ, ਉਹਦੇ ਤਹਿਤ ਮਤਲਬ ਜਿਹੜਾ ਸੈਂਟਰ ਹੈ ਕਾਨੂੰਨ ਬਣਾ ਸਕਦਾ ਵਿਦ ਦੀ ਪਰਮਿਸ਼ਨ ਆਫ ਖੇਤੀ ਐਗਰੀਕਲਚਰ 'ਤੇ ਵਿਦ ਦੀ ਪਰਮਿਸ਼ਨ ਆਫ UN ਨੂੰ। ਇਹਦਾ ਮਤਲਬ ਹੈ ਕਿ ਪਲੇਨ ਲੈਂਡ 'ਤੇ, ਪਹਾੜੀ ਲੈਂਡ 'ਤੇ, ਜਿਹੜਾ ਪਹਾੜ ਹੈ ਸਾਡਾ ਵਾਟਰ ਬੋਡੀਜ਼ 'ਤੇ, ਸਾਡੇ ਸਮੁੰਦਰੀ ਮਤਲਬ ਤੱਟ 'ਤੇ ਸਮੁੰਦਰ ਦੇ ਅੰਦਰ ਜਿਹੜਾ ਸਮੁੰਦਰ ਸਾਡਾ ਹੈ, ਜਾਂ ਕਿਤੇ ਵੀ ਜਿਹੜਾ ਮਤਲਬ ਕੇਂਦਰ ਸਰਕਾਰ ਹੈ ਉਹਦਾ ਖੇਤੀ 'ਤੇ ਕਾਨੂੰਨ ਬਣਾਉਣ ਦਾ ਅਧਿਕਾਰ ਨਹੀਂ ਹੈ। ਕਾਨੂੰਨ ਬਣਾਉਣ ਦਾ ਅਧਿਕਾਰ ਇਕੱਲਾ ਹੀ ਜੇ ਹੈ ਤਾਂ ਸਟੇਟ ਕੋਲੇ ਹੈ। ਇਸ ਤੋਂ ਵੀ ਅਗਲੀ ਹੈ ਐਗਰੀਕਲਚਰ ਵਰਡ ਜਦੋਂ ਯੂਜ਼ ਕੀਤਾ ਉਹਨਾਂ ਨੇ, ਸੈਂਟਰ ਦਾ ਇਨਕਮ ਟੈਕਸ ਦਾ ਅਧਿਕਾਰ ਹੈ, ਪਰ ਉੱਥੇ ਵੀ ਵਰਡ ਕੀ ਲਿਖਿਆ ਹੋਇਆ, ਐਕਸੈਪਟ ਜਿਹੜਾ ਹੈ ਐਗਰੀਕਲਚਰ ਇਨਕਮ। ਸੈਂਟਰ ਲੈਂਡ 'ਤੇ ਮਤਲਬ ਜਿਹੜੀ ਲੈਂਡ ਦੀ ਵੈਲਿਊ ਦੀ ਐਡੀਸ਼ਨ ਹੁੰਦੀ ਹੈ ਉਹਦੇ 'ਤੇ ਸੈਂਟਰ ਦਾ ਟੈਕਸ ਲਾਉਣ ਦਾ ਅਧਿਕਾਰ ਹੈ, ਕੈਪੀਟਲ ਵੈਲਿਊ 'ਤੇ ਟੈਕਸ 'ਤੇ। ਉਹਦੇ 'ਚ ਵੀ ਐਕਸੈਪਟ ਐਗਰੀਕਲਚਰ ਲੈਂਡ ਲਿਖਿਆ ਹੋਇਆ ਉਹਨਾਂ ਨੇ। ਐਕਸਾਈਜ਼ ਡਿਊਟੀ ਦਾ ਵੀ ਉਹਨਾਂ ਨੇ ਲਿਖਿਆ ਹੋਇਆ ਕਿ ਐਕਸੈਪਟ ਐਗਰੀਕਲਚਰ ਲੈਂਡ। ਇਹਦਾ ਮਤਲਬ ਹੈ ਕਿ ਇਸ ਨੂੰ ਕੇਂਦਰ ਨੂੰ ਇਸ ਸਾਰੇ ਸਬਜੈਕਟ ਤੋਂ ਬਾਹਰ ਰੱਖਿਆ ਗਿਆ ਉਸ ਵੇਲੇ ਦੇ ਕੌਨਸਟੀਟਿਊਸ਼ਨ ਦੇ ਜਿਹੜੇ ਉਹ ਹੈ। ਸਟੇਟ ਕੋਲੇ ਕਿਹੜੇ ਸਟੇਟ ਦੀ ਇੱਕ ਲਿਸਟ ਹੈ ਜਿਹੜੀ ਇਕੱਲਾ ਇਹ ਨਹੀਂ ਵੀ ਖੇਤੀ ਸਟੇਟ ਦਾ ਅਧਿਕਾਰ ਹੈ, ਮਾਰਕੀਟ ਐਂਡ ਮੇਲੇ ਸਟੇਟ ਦੇ ਹੈ, ਜਿੰਨੀ ਵੀ ਮਾਰਕੀਟਸ 'ਤੇ ਮਤਲਬ ਫੇਅਰਸ ਹੈ ਉਹ ਸਾਰੇ ਸਟੇਟ ਦੀ ਲਿਸਟ ਦੇ ਅੰਦਰ ਪੈਂਦੇ ਹੈ। ਖੇਤੀ ਤੇ ਐਗਰੀਕਲਚਰ ਇਨਕਮ 'ਤੇ ਜੇ ਟੈਕਸ ਲਾਉਣਾ ਉਹ ਅਧਿਕਾਰ ਸਟੇਟ ਦਾ, ਕੈਪੀਟਲ ਵੈਲਿਊ 'ਤੇ ਜੇ ਟੈਕਸ ਲਾਉਣਾ ਉਹ ਅਧਿਕਾਰ ਸਟੇਟ ਦਾ ਹੈ। ਨਹਿਰਾਂ ਸਟੇਟ ਕੋਲੇ ਹੈ, ਵਾਟਰ ਬੋਡੀਜ਼ ਸਟੇਟ ਕੋਲੇ ਹੈ ਜਿਹੜੀਆਂ ਸਾਰੀਆਂ ਹੈ, ਮਤਲਬ ਸਿੰਚਾਈ ਦਾ ਸਾਰਾ ਸਿਸਟਮ ਸਟੇਟ ਕੋਲੇ ਹੈ, ਡਰੇਨੇਜ ਸਟੇਟ ਕੋਲੇ ਹੈ। ਮਤਲਬ ਕੋਈ ਐਸਾ ਖੇਤੀ ਨਾਲ ਸੰਬੰਧਿਤ ਕੋਈ ਇੱਕ ਵੀ ਐਸਾ ਮਤਲਬ ਫੀਲਡ ਨਹੀਂ ਹੈ ਜਿਹਦੇ 'ਤੇ ਸਟੇਟ ਦਾ ਅਧਿਕਾਰ ਨਾ ਹੋਵੇ। ਅਤੇ ਕੁਦਰਤੀ ਤੌਰ 'ਤੇ ਹੁਣ ਪਾਰਲੀਮੈਂਟ ਉਸ ਵਿਸ਼ੇ 'ਤੇ ਕਾਨੂੰਨ ਬਣਾ ਸਕਦੀ ਹੈ ਜਿਹੜੇ ਵਿਸ਼ੇ 'ਤੇ ਉਹਨਾਂ ਨੂੰ ਕਾਨੂੰਨ ਬਣਾਉਣ ਦਾ ਅਧਿਕਾਰ ਹੋਵੇ। ਪਰ ਇੱਥੇ ਹੋਇਆ ਕੀ ਹੈ? ਪਰ ਇੱਕ ਤਾਂ ਹੁੰਦਾ ਵੀ ਤੁਸੀਂ ਕਿਸੇ ਦੇ ਦੂਜੇ ਦੇ ਫੀਲਡ ਦੇ ਅੰਦਰ ਇਨਕਰੋਚ ਕਰ ਗਏ। ਇਹਨਾਂ ਨੇ ਇਨਕਰੋਚ ਨਹੀਂ ਕੀਤਾ, ਇਹਨਾਂ ਨੇ ਬਲਡੋਜ਼ ਕੀਤਾ। ਸਟੇਟ ਦੇ ਅਧਿਕਾਰਾਂ ਨੂੰ ਪਾਰਲੀਮੈਂਟ ਨੇ ਬਲਡੋਜ਼ ਕੀਤਾ ਅਤੇ ਰਾਸ਼ਟਰਪਤੀ ਉੱਥੇ ਕਾਨੂੰਨ ਬਣਾ ਸਕਦਾ ਜਿੱਥੇ ਆਰਡੀਨੈਂਸ ਜਾਰੀ ਕਰ ਸਕਦਾ ਜਿੱਥੇ ਉਸ ਸਟੇਟ ਪਾਰਲੀਮੈਂਟ ਨੂੰ ਕਾਨੂੰਨ ਬਣਾਉਣ ਦਾ ਅਧਿਕਾਰ ਹੋਵੇ। ਜੇ ਪਾਰਲੀਮੈਂਟ ਨੂੰ ਕਾਨੂੰਨ ਬਣਾਉਣ ਦਾ ਅਧਿਕਾਰ ਹੀ ਨਹੀਂ ਹੈ ਤਾਂ ਰਾਸ਼ਟਰਪਤੀ ਆਰਡੀਨੈਂਸ ਜਾਰੀ ਨਹੀਂ ਕਰ ਸਕਦਾ। ਪਹਿਲਾਂ ਰਾਸ਼ਟਰਪਤੀ ਨੇ ਆਰਡੀਨੈਂਸ ਅਨਕਨਸਟੀਟਿਊਸ਼ਨਲ ਜਾਰੀ ਕੀਤੇ, ਉਸ ਤੋਂ ਬਾਅਦ ਭਾਰਤ ਦੀ ਪਾਰਲੀਮੈਂਟ ਨੇ ਅਨਕਨਸਟੀਟਿਊਸ਼ਨਲੀ
ਇਹਨਾਂ ਐਕਟਸ ਨੂੰ ਪਾਸ ਕੀਤਾ। ਉਹ ਇੱਕੋ ਗੱਲ ਕਹਿੰਦੇ ਹੈ, ਜਿਹੜੀ ਉਹ ਗੱਲ ਕਹਿੰਦੇ ਹੈ ਕਿ ਅਸੀਂ ਸਾਡੇ ਕੋਲ ਫੂਡ ਸਟੱਫ ਹੈ ਕੰਕਰੈਂਟ ਲਿਸਟ ਦੇ ਅੰਦਰ, ਕੰਕਰੈਂਟ ਦੀ ਜਿਹੜੀ 33ਵੀਂ ਆਈਟਮ ਹੈ ਉੱਥੇ ਫੂਡ ਸਟੱਫ ਉਹਨਾਂ ਨੇ ਦਰਜ ਕੀਤਾ ਹੋਇਆ। ਫੂਡ ਸਟੱਫ ਦੇ ਅੰਦਰ ਮਤਲਬ ਜਿਹੜਾ ਫੂਡ ਸਟੱਫ ਇਹਦੇ ਅੰਦਰ ਪਹਿਲਾਂ ਐਕਸਪਲੇਨ ਕੀਤਾ ਐਕਟਸ ਦੇ ਅੰਦਰ ਜਿਹੜੇ ਹੈ, ਫਿਰ ਐਕਸਪਲੇਨ ਕਰਕੇ ਜਿਹੜੀ ਡੈਫੀਨੇਸ਼ਨ ਫੂਡ ਸਟੱਫ ਦੀ ਉਹਨਾਂ ਨੇ ਦਿੱਤੀ ਹੈ। ਫੂਡ ਸਟੱਫ ਦੇ ਅੰਦਰ ਉਹਨਾਂ ਨੇ ਸਾਰੇ ਅਨਾਜ ਲੈ ਲਏ, ਟੋਟਲ ਕੋਰਸ ਗ੍ਰੇਨ ਉਹਨਾਂ ਨੇ ਵਰਡ ਯੂਜ਼ ਕੀਤਾ, ਵੀਟ ਐਂਡ ਰਾਈਸ ਪਾਰਟੀਕੂਲਰਲੀ ਲਿਆ। ਕੋਰਸ ਗ੍ਰੇਨ ਹੁੰਦਾ ਦਾਣੇਦਾਰ ਅਨਾਜ। ਉਸ ਤੋਂ ਬਾਅਦ ਉਹਨਾਂ ਨੇ ਦਾਣੇਦਾਰ ਅਨਾਜ ਤੋਂ ਬਾਅਦ ਦਾਲਾਂ ਲੈ ਲਈਆਂ ਸਾਰੀਆਂ, ਉਹਦੇ 'ਚ ਸਾਰੀਆਂ ਹੀ ਦਾਲਾਂ ਆ ਗਈਆਂ। ਦਾਲਾਂ ਤੋਂ ਬਾਅਦ ਉਹਨਾਂ ਨੇ ਕਿਹਾ ਤੇਲ ਤੇ ਤੇਲ ਬੀਜ। ਉਸ ਤੋਂ ਅੱਗੇ ਫਿਰ ਉਹਨਾਂ ਨੇ ਕਿਹਾ ਕਿ ਨਟਸ ਤੁਹਾਡੇ ਜਿੰਨੇ ਵੀ ਡਰਾਈ ਫਰੂਟਸ ਹੈ ਇਨਕਲੂਡਿੰਗ ਮੂੰਗਫਲੀ ਉਹ ਸਾਰੇ ਹੀ ਆ ਜਾਣੇ ਹੈ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਨਟਸ ਤੋਂ ਬਾਅਦ ਫਰੂਟਸ ਐਂਡ ਵੈਜੀਟੇਬਲਸ ਸਾਰੇ ਲੈ ਲਏ, ਜੂਟ ਲੈ ਲਈ, ਕਪਾਹ ਲੈ ਲਈ, ਕਾਟਨ ਤੇ ਕਾਟਨ ਸੀਡਸ ਲੈ ਲਏ, ਗਿੰਡ ਔਰ ਅਨਗਿੰਡ, ਵੇਲੀ ਹੋਈ ਜਾਂ ਅਣਵੇਲੀ ਹੋਈ। ਉਸ ਤੋਂ ਬਾਅਦ ਉਹਨਾਂ ਨੇ ਪੋਲਟਰੀ, ਪਿਗਰੀ, ਫਿਸ਼ਰੀ, ਗੋਟਰੀ ਤੇ ਡੈਰੀ ਜਿਹੜਾ ਲਾਈਵ ਸਟਾਕ ਹੈ ਸਾਰਾ, ਹਰ ਕਿਸਮ ਦਾ ਲਾਈਵ ਸਟਾਕ ਉਹਨਾਂ ਨੇ ਲੈ ਲਿਆ ਤੇ ਉਹਦੇ 'ਤੇ ਕਾਨੂੰਨ ਬਣਾ ਤਾ। ਮਤਲਬ ਜਿਹੜਾ ਵਿਸ਼ਾ ਹੀ ਉਹਨਾਂ ਦਾ ਨਹੀਂ ਸੀ, ਜਿਹੜਾ ਵਿਸ਼ਾ ਹੀ ਟੋਟਲ ਸਟੇਟ ਦਾ ਸੀ, ਅਨਪਾਰਲੀਮੈਂਟਰੀ ਢੰਗ ਨਾਲ ਉਹਨਾਂ ਭਾਰਤ ਦੀ ਪਾਰਲੀਮੈਂਟ ਨੇ ਕਾਨੂੰਨ ਬਣਾ ਕੇ ਸਾਰੇ ਹਿੰਦੁਸਤਾਨ 'ਚ ਮਤਲਬ ਪਾਸ ਕਰਤੇ। ਕਿਉਂ ਉਹਨਾਂ ਨੇ ਇਸ ਨੂੰ ਸੰਵਿਧਾਨ ਦੇ ਜਿਹੜੇ ਉਸ ਵੇਲੇ ਰਚਨਹਾਰ ਹੈ ਉਹਨਾਂ ਨੇ ਉਸ ਨੂੰ ਕਿਉਂ ਮਤਲਬ ਇਸ ਸਬਜੈਕਟ 'ਚ ਰੱਖਿਆ ਸੀ ਸਟੇਟ ਦੇ ਅੰਦਰ? ਕਿਉਂਕਿ ਭਾਰਤ 'ਚ ਭਿੰਨਤਾ ਹੈ ਖੇਤੀ ਦੀ ਬਹੁਤ। ਜਦੋਂ ਤੁਸੀਂ ਡਿਫਰੈਂਟ ਐਂਗਲ ਤੋਂ ਦੇਖੋਗੇ ਭਾਰਤ ਦਾ ਜਗਰਾਫੀਆ ਬਹੁਤ ਹੀ ਬਿਊਟੀਫੁਲ ਹੈ। ਇੱਥੇ ਮਤਲਬ ਤੁਹਾਨੂੰ ਹਰ ਤਰ੍ਹਾਂ ਦਾ ਕਲਾਈਮੇਟ ਮਿਲੂਗਾ, ਹਰ ਤਰ੍ਹਾਂ ਦੀ ਲੈਂਡ ਮਿਲੂਗੀ, ਹਰ ਤਰ੍ਹਾਂ ਦਾ ਜਿਹੜਾ ਹੈ ਉਹਦੇ ਅੰਦਰ ਜਿਹੜੀ ਹੈ ਤੁਹਾਨੂੰ ਮਿੱਟੀ ਮਿਲੂਗੀ, ਸੋਇਲ ਦੀ ਕਿਸਮ ਮਿਲੂਗੀ। ਅਤੇ ਸ਼ਾਇਦ ਹੀ ਕੋਈ ਦੁਨੀਆ ਦਾ ਦੇਸ਼ ਹੋਵੇ ਜਿੱਥੇ ਟੈਂਪਰੇਚਰ -40 ਡਿਗਰੀ ਤੋਂ ਲੈ ਕੇ +50 ਡਿਗਰੀ ਤੱਕ ਜਾਂਦਾ, 50 ਤੱਕ, 90-100 ਡਿਗਰੀ ਦੀ ਵੇਰੀਏਸ਼ਨਸ ਕਿਸੇ ਮੁਲਕ ਦੇ ਅੰਦਰ ਸ਼ਾਇਦ ਹੀ ਹੋਵੇ ਸਾਰੇ ਸੰਸਾਰ ਦੇ ਅੰਦਰ, ਜਿਹੜਾ ਡਿਫਰੈਂਟ ਫਸਲਾਂ ਲਈ ਬਹੁਤ ਚੰਗਾ ਹੈ, ਬਹੁਤ ਵਧੀਆ ਹੈ। ਸ਼ਾਇਦ ਹੀ ਕੋਈ ਦੁਨੀਆ ਦਾ ਮਤਲਬ ਇਸ ਤਰ੍ਹਾਂ ਦਾ ਮੁਲਕ ਹੋਵੇ ਜਿਹੜਾ ਮੈਂ ਕਹਿ ਸਕਦਾ। ਦੂਜਾ ਹੈ ਇੱਥੇ ਜਿਹੜਾ ਰੇਨਫਾਲ ਹੈ, ਰੇਨਫਾਲ 50 ਸੈਂਟੀਮੀਟਰ ਤੋਂ ਲੈ ਕੇ 300 ਸੈਂਟੀਮੀਟਰ ਤੱਕ ਹੈ ਡਿਫਰੈਂਟ ਏਰੀਏ 'ਚ। ਸਾਡੇ ਕੋਲ 39 ਕਰੋੜ 46 ਲੱਖ ਏਕੜ ਜਿਹੜੀ ਹੈ ਐਰੇਬਲ ਲੈਂਡ ਹੈ ਖੇਤੀਯੋਗ, ਜਿਹਦੀ ਸਾਰੇ ਸੰਸਾਰ 'ਚ ਇਹ ਦੂਜੇ ਨੰਬਰ 'ਤੇ ਹੈ। ਮਤਲਬ ਮੁਲਕ ਟੈਰੀਟਰੀ ਵਾਈਜ਼ ਸਾਡੇ ਤੋਂ ਬਹੁਤ ਵੱਡੇ ਹੈ ਜੋਗ੍ਰਾਫੀਕਲੀ, ਪਰ ਖੇਤੀਯੋਗ ਜ਼ਮੀਨ ਸਾਡੇ ਕੋਲੇ ਦੂਜੇ ਨੰਬਰ 'ਤੇ ਹੈ। ਅਤੇ ਅਸੀਂ ਹਰ ਫਸਲ ਪੈਦਾ ਕਰਦੇ ਹਾਂ, ਹਰ ਫਸਲ ਸਾਡੇ ਡਿਫਰੈਂਟ ਰੀਜਨ 'ਚ। ਜਦੋਂ ਤੁਸੀਂ ਜੋਗ੍ਰਾਫੀ ਨੂੰ ਸਟੱਡੀ ਕਰੋ, ਕਿਉਂਕਿ ਇੱਥੇ ਹਰ ਤਰ੍ਹਾਂ ਦਾ ਵਾਤਾਵਰਨ ਹੈ, ਇੱਥੇ ਮਤਲਬ ਮਹਿਰਾ ਵੀ ਮਿੱਟੀ ਵੀ ਹੈਗੀ ਹੈ, ਇੱਥੇ ਸੈਂਡੀ ਸੋਇਲ ਵੀ ਹੈਗੀ ਹੈ, ਰੇਤਲੀ, ਇੱਥੇ ਜਿਹੜੀ ਹੈ ਮਤਲਬ ਲਾਲ ਮਿੱਟੀ ਵੀ ਹੈਗੀ ਹੈ, ਕਾਲੀ ਮਿੱਟੀ ਵੀ ਹੈਗੀ ਹੈ, ਰੇਤਲੀ ਮਿੱਟੀ ਵੀ ਹੈਗੀ ਹੈ। ਹਰ ਤਰ੍ਹਾਂ ਦੀ ਮਿੱਟੀ ਜਿਹੜੀ ਹੈ ਭਾਰਤ 'ਚ ਹੈ ਅਤੇ ਹਰ ਤਰ੍ਹਾਂ ਦੀਆਂ ਫਸਲਾਂ ਪੈਦਾ ਕਰਨ ਲਈ ਉਹ ਮਿੱਟੀ ਬੜੀ ਗੁਣਕਾਰੀ ਹੈ। ਉਸੇ ਹਿਸਾਬ ਨਾਲ ਕੁਦਰਤੀ ਤੌਰ 'ਤੇ ਇੱਥੇ ਸਾਰੇ ਡਿਫਰੈਂਟ ਫਸਲਾਂ ਪੈਦਾ ਹੁੰਦੀਆਂ। ਸਾਡੇ ਸਾਊਥ ਵਾਲੇ ਬੜੇ ਬਿਊਟੀਫੁਲ ਮਸਾਲੇ ਆ ਪੈਦਾ ਕਰਦੇ ਆ, ਜਿਹੜੇ ਮਤਲਬ ਜਿਨ੍ਹਾਂ ਨੂੰ ਤੁਸੀਂ ਇਹ ਕਹਿ ਸਕਦੇ ਹੋ ਵੀ ਇਕੱਲੇ ਉਹ ਮਨੁੱਖ ਨੂੰ ਖੁਰਾਕ ਨਹੀਂ ਦਿੰਦੇ, ਮਨੁੱਖ ਨੂੰ ਜਿੰਦਾ ਰਹਿਣ ਲਈ ਹੀ ਇਕੱਲਾ ਨਹੀਂ ਦਿੰਦੇ ਹੈ, ਉਹ ਮਤਲਬ ਮਨੁੱਖ ਦਾ ਇਲਾਜ ਵੀ ਕਰਦੇ ਹੈ, ਉਸ ਨੂੰ ਬਿਮਾਰੀਆਂ ਤੋਂ ਵੀ ਕੱਢ ਲੈਂਦੇ ਅਤੇ ਬਿਮਾਰੀਆਂ ਲੱਗਣ ਨਹੀਂ ਦਿੰਦੇ ਹੈ। ਸਾਰੇ ਮਸਾਲੇ ਸਾਡੇ ਇੰਨੇ ਬਿਊਟੀਫੁਲ ਹੈ। ਸਾਡੇ ਕੋਲ ਮੈਡੀਸਨਲ ਪਲਾਂਟਸ ਹੈ ਬਹੁਤ ਸਾਰੇ। ਸਾਡੇ ਕੋਲ ਜਿਹੜਾ ਹੈ ਜਦੋਂ ਹਰ ਤਰ੍ਹਾਂ ਦਾ ਅਨਾਜ ਪੈਦਾ ਹੁੰਦਾ, ਹਰ ਤਰ੍ਹਾਂ ਦਾ। ਅਸੀਂ ਫਰੂਟ ਦੇ ਮਾਮਲੇ 'ਚ ਦੁਨੀਆ 'ਚ ਵੈਜੀਟੇਬਲ ਅਤੇ ਫਰੂਟ 'ਤੇ ਦੂਜੇ ਨੰਬਰ 'ਤੇ ਹਾਂ ਉਹਦੇ 'ਤੇ। ਡਿਫਰੈਂਟ ਸਾਡੇ ਡਿਫਰੈਂਟ ਕਿੱਤੇ ਹੈ ਜਿਹੜੇ ਫਰੂਟ ਪੈਦਾ ਕਰਦੇ ਹੈ। ਸਾਡੇ ਕੋਲ ਮਤਲਬ ਕੋਸਟਲ ਏਰੀਆ ਹੈ ਵੀ ਅਸੀਂ 8000 ਜਿਹੜਾ ਮੀਲ ਹੈ ਸਕੁਅਰ ਕਿਲੋਮੀਟਰ ਹੈ, ਸਾਡਾ ਮਛੇਰਾ ਉੱਥੇ ਮੱਛੀ ਫੜਨ ਜਾਂਦਾ। ਉਸ ਮਤਲਬ ਫਿਸ਼ਿੰਗ ਔਰ ਫਿਸ਼ਰੀ ਦੋਨੋਂ ਹੀ ਕਰਦਾ ਹੈ। ਅਤੇ ਇਸ ਕਰਕੇ ਡਿਫਰੈਂਟ ਖਿੱਤਿਆਂ 'ਚ ਡਿਫਰੈਂਟ ਕਿਸਮ ਦਾ ਵਾਤਾਵਰਨ ਹੈ, ਡਿਫਰੈਂਟ ਕਿਸਮ ਦੀਆਂ ਫਸਲਾਂ, ਡਿਫਰੈਂਟ ਕਿਸਮ ਦੀ ਰਿਕੁਆਇਰਮੈਂਟ ਹੈ। ਅਤੇ ਸਾਡੇ ਕੋਲ ਪ੍ਰੀਮੀਟਿਵ ਸਟੇਜ 'ਤੇ ਵੀ ਖੇਤੀ ਹੋ ਰਹੀ ਹੈ। ਹਾਲੇ ਜਿਹੜਾ ਖੇਤੀ ਦੇ ਸਾਧਨ ਹਾਲੇ ਖੁਰਪਾ ਹੈ, ਮਤਲਬ ਕਹੀ ਹੈ, ਜਿਹੜੇ ਦੂਜੇ ਸਾਰੇ ਫੌੜਾ ਹੈ ਅਤੇ ਹਲ ਹੈ, ਸਾਡਾ ਸੁਹਾਗਾ ਹੈ, ਉਹੀ ਪੰਜਾਲੀ ਹੈ, ਟਰੈਡੀਸ਼ਨਲ ਉਹੀ ਹਾਲੇ ਬੈਲ ਚੱਲ ਰਹੇ ਹੈ। ਅਤੇ ਲੇਟੈਸਟ ਵੀ ਹੈ ਸਾਡੇ ਕੋਲ, ਜਿਵੇਂ ਪੰਜਾਬ ਹੈ, ਪੰਜਾਬ ਦੇ ਅੰਦਰ ਲੇਟੈਸਟ ਟੈਕਨੋਲੋਜੀਕਲ ਐਡਵਾਂਸਮੈਂਟ ਹੋ ਗਈ। ਇੱਥੇ ਹਾਰਵੈਸਟਰ ਵੀ ਹੈਗਾ, ਇੱਥੇ ਮਤਲਬ ਟਰੈਕਟਰ ਵੀ ਹੈਗਾ, ਇੱਥੇ ਰੂਟਾਵੇਟਰ ਵੀ ਹੈਗਾ, ਇੱਥੇ ਮਤਲਬ ਦੂਜੇ ਜਿਹੜੇ ਝੋਨਾ ਲਾਉਣ ਵਾਲੀ ਮਸ਼ੀਨ ਵੀ ਹੈਗੀ ਹੈ। ਮਤਲਬ ਇੱਥੇ ਜੇ ਤੁਸੀਂ ਕਹੋ ਵੀ ਇੱਕ ਇਹੋ ਜਿਹਾ ਹਿੰਦੁਸਤਾਨ ਚਿੜੀਆ ਘਰ ਹੈ
ਵੀ ਪ੍ਰੀਮਿਟਿਵ ਸਟੇਜ ਤੋਂ ਲੈ ਕੇ ਲੇਟੈਸਟ ਡਿਵੈਲਪਮੈਂਟ ਤੱਕ ਲੋਕ ਰਹਿ ਰਹੇ ਆ ਤੇ ਉੱਥੇ ਡਿਫਰੈਂਟ ਰਿਕੁਆਇਰਮੈਂਟ ਦੇ ਮੁਤਾਬਕ ਤਾਂ ਹੀ ਉਹਨਾਂ ਨੇ ਕਿਹਾ ਸੀ ਕਿ ਸਟੇਟਸ ਦਾ ਅਧਿਕਾਰ ਹੈ, ਸਟੇਟ ਕਾਨੂੰਨ ਬਣਾ ਸਕਦੀ ਹੈ, ਸਟੇਟ ਨੇ ਉੱਥੋਂ ਦੀ ਸਿਚੁਏਸ਼ਨਸ ਦੇ ਮੁਤਾਬਕ ਕਾਨੂੰਨ ਬਣਾਉਣਾ ਤੇ ਇਸ ਕਰਕੇ ਪਾਰਲੀਮੈਂਟ ਨੂੰ ਇਸ ਪਾਵਰ ਤੋਂ ਬਾਹਰ ਰੱਖਿਆ ਹੋਇਆ। ਪਾਰਲੀਮੈਂਟ ਨੇ ਇੱਕ ਮਤਲਬ ਜਿਹੜੀ ਇਸ ਦੀ ਵਰਤੋਂ ਗੈਰ ਸੰਵਿਧਾਨਕ ਤੌਰ ਤੇ ਕੀਤੀ ਹੈ, ਇਹ ਮਤਲਬ ਅਨਕਨਸਟੀਟਿਊਸ਼ਨਲ ਹੈ। ਜਿਹੜਾ ਇਹਨਾਂ ਨੇ ਐਕਟਸ ਤਿੰਨੇ ਪਾਸ ਕੀਤੇ ਹੈ ਤੇ ਉਹ ਸਾਰੇ ਸਟੇਟਸ ਦੇ ਉੱਪਰ ਨੂੰ ਲੰਘ ਕੇ ਕੀਤੇ ਹੈ ਤੇ ਉਹ ਇਸ ਤੋਂ ਵੀ ਅੱਗੇ ਕਰਤਾ। ਨਾਲ ਹੀ ਕਰਦੇ ਹੋਏ ਪਾਸ ਕਰਨ ਤੋਂ ਬਾਅਦ ਇਹ ਕਹਿਤਾ ਵੀ ਜੇ ਕਿਤੇ ਕਨਫਰੰਟੇਸ਼ਨ ਹੈ, ਜਿਹੜੇ ਸਟੇਟ ਲਾ ਜਿਹੜੇ ਆਲਰੇਡੀ ਪਾਸ ਹੋਏ ਹੋਏ ਹੈ ਤਾਂ ਉਹ ਸਟੇਟ ਲਾ ਇਨਵੈਲਿਡ ਸਮਝੇ ਜਾਣਗੇ ਉੱਥੋਂ ਤੱਕ। ਇਸ ਕਰਕੇ ਉਹਨਾਂ ਨੇ ਮਤਲਬ ਇਸ ਸਿਸਟਮ ਦੇ ਅੰਦਰ ਆਪਣੀ ਤਾਕਤ ਦੀ ਭਾਰਤੀ ਪਾਰਲੀਮੈਂਟ ਨੇ ਦੁਰਵਰਤੋਂ ਕੀਤੀ। ਸਾਰੇ ਸੰਸਾਰ 'ਚ ਜਦੋਂ ਕਾਰਪੋਰੇਟਾਈਜੇਸ਼ਨ ਹੋ ਜਾਂਦੀ ਹੈ ਤਾਂ ਕਾਰਪੋਰੇਟਾਈਜੇਸ਼ਨ ਦਾ ਇੱਕ ਸਿੰਪਲ ਜਿਹਾ ਮੈਥਡ ਇਹ ਹੈ ਕਿ ਸਾਰੇ ਸੰਸਾਰ ਦਾ ਸਿਸਟਮ ਜਿਹੜਾ ਹੈ ਕੁਝ ਕਾਰਪੋਰੇਟ ਘਰਾਣਿਆਂ ਦੇ ਹੱਥ 'ਚ ਆ ਜਾਂਦਾ ਹੈ। ਹੁਣ ਦੁਨੀਆ 'ਚ ਹਰ ਫੀਲਡ ਦੇ ਅੰਦਰ ਕਾਰਪੋਰੇਟਾਈਜੇਸ਼ਨ ਜਿਹੜੀ ਹੋ ਗਈ ਹੈ, ਚਾਹੇ ਉਹ ਫਾਰਮਾਸਿਊਟੀਕਲ ਦਾ ਫੀਲਡ ਹੈ, ਟ੍ਰੇਡ ਦਾ ਦੂਜਾ ਫੀਲਡ ਹੈ, ਤੇ ਕੋਈ ਵੀ ਫੀਲਡ ਐਸਾ ਨਹੀਂ ਹੈ ਜਿੱਥੇ ਕੁਝ ਮਲਟੀਨੈਸ਼ਨਲ ਕਾਰਪੋਰੇਸ਼ਨਾਂ ਸਾਰੇ ਸੰਸਾਰ 'ਤੇ ਸਿਰਫ ਇਕੱਲਾ ਇਹ ਨਹੀਂ ਵੀ ਸਾਰੇ ਸੰਸਾਰ ਨੂੰ ਸਮਾਨ ਦੇ ਰਹੀਆਂ ਜਾਂ ਸਾਰੇ ਸੰਸਾਰ ਦੇ ਵਪਾਰ 'ਤੇ ਉਹਨਾਂ ਨੇ ਕਬਜ਼ਾ ਕਰ ਲਿਆ, ਸਗੋਂ ਉਸ ਟਰਮਸ ਡਿਕਟੇਟ ਕਰ ਰਹੀਆਂ ਸਾਰੇ ਸੰਸਾਰ ਨੂੰ। ਉਹਨਾਂ ਨੇ ਟਰਮ ਨੂੰ ਡਿਕਟੇਟ ਕਰਨ ਲਈ ਆਪਣੇ ਆਪ ਨੂੰ ਮਤਲਬ ਇੱਕ ਟਰਮ ਡਿਕਟੇਟ ਕਰਨ ਲਈ ਕੋਈ ਪਲੇਟਫਾਰਮ ਬਣਾਉਣ ਲਈ ਅੰਤਰਰਾਸ਼ਟਰੀ ਇੰਸਟੀਟਿਊਸ਼ਨਸ ਬਣਾ ਲਈਆਂ ਜਿਨ੍ਹਾਂ ਰਾਹੀਂ ਉਹ ਆਪਣੀ ਟਰਮ ਡਿਕਟੇਟ ਕਰਦੇ ਹੈ। ਚਾਹੇ ਉਹ ਇੰਟਰਨੈਸ਼ਨਲ ਮੋਨੀਟਰੀ ਫੰਡ ਹੈ, ਇੰਟਰਨੈਸ਼ਨਲ ਉਹਦੀਆਂ ਮਤਲਬ ਜਿਹੜਾ ਸਾਰੇ ਸੰਸਾਰ ਦੇ ਵਿੱਤ ਨੂੰ ਕੰਟਰੋਲ ਕਰਦਾ, ਚਾਹੇ ਉਹ ਟ੍ਰੇਡ ਨੂੰ ਕੰਟਰੋਲ ਕਰਨ ਵਾਲੀ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਹੈ। ਉਹ ਸੰਸਥਾਵਾਂ ਰਾਹੀਂ ਉਹ ਆਪਣੀ ਡਿਕਟੇਸ਼ਨ ਜਿਹੜੀ ਹੈ ਉਹ ਦੇ ਰਹੇ ਹੈ ਤੇ ਉਹ ਡਿਕਟੇਸ਼ਨ ਦੇ ਕੇ ਉਹ ਆਪਣੀ ਕਿਸਮ ਦੇ ਜਿਹੜੇ ਕਾਨੂੰਨ ਆ ਜਿਹੜੇ ਉਹਨਾਂ ਨੂੰ ਵਾਰਾ ਖਾਂਦੇ ਆ ਉਹ ਲਾਗੂ ਕਰਾਉਂਦੇ ਆ ਉਹਨਾਂ ਮੁਲਕਾਂ ਦੀਆਂ ਸਰਕਾਰਾਂ ਤੋਂ ਜਿੱਥੇ ਉਹਨਾਂ ਨੂੰ ਲੋੜ ਹੁੰਦੀ ਹੈ ਉਸ ਉਹਦੇ 'ਤੇ। ਭਾਰਤ ਵੀ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦਾ ਹਿੱਸਾ ਹੈ। ਵਰਲਡ ਟ੍ਰੇਡ ਆਰਗੇਨਾਈਜੇਸ਼ਨ ਹੁਣ ਸਾਡੇ ਖੇਤੀ ਦੇ ਅੰਦਰ ਸਬਸਿਡੀ ਹੈ ਜਿਹੜੀ ਦਿੱਤੀ ਜਾਂਦੀ ਹੈ, ਮਤਲਬ ਮਿਨੀਮਮ ਸਪੋਰਟ ਪ੍ਰਾਈਸ ਹੈ ਜਿਹੜੀ ਕੀਤੀ ਜਾਂਦੀ ਹੈ, ਜਿਹੜੀ ਕੁਛ ਹੈ ਤਾਂ ਚਾਹੇ 22 ਚੀਜ਼ਾਂ ਦੀ ਹੈ ਪਰ ਉਹ ਹੈ ਜਿਹੜੀ ਹੈ ਲਿਮਟਡ ਹੈ, ਜਿਹੜੀ ਇਫੈਕਟਿਵ ਹੈ ਦੋਵਾਂ ਦੀ ਹੈ, ਕਣਕ ਦੇ ਝੋਨੇ ਦੀ। ਉਹ ਬੜੀ ਦੇਰ ਦੇ ਵਰਲਡ ਜਿਹੜੇ WTO ਹੈ ਬੜੀ ਦੇਰ ਦੀ ਇਹਨਾਂ ਨੂੰ ਪ੍ਰੈਸ਼ਰਾਈਜ਼ ਕਰ ਰਹੀ ਹੈ। ਪਿੱਛੇ ਕਹਿ ਵੀ ਦਿੱਤਾ ਸੀ ਅਮਰੀਕਾ ਤੋਂ ਜਿਹੜੀਆਂ ਸਟੇਟਮੈਂਟਸ ਆਈਆਂ ਸੀ ਕਿ ਤੁਸੀਂ ਜਿਹੜੀ ਮਿਨੀਮਮ ਸਪੋਰਟ ਪ੍ਰਾਈਸ ਹੈ ਉਸ ਨੂੰ ਬੰਦ ਕਰੋ। ਜਿਹੜੀ ਤੁਸੀਂ ਸਬਸਿਡੀ ਦਿੰਦੇ ਹੋ ਐਗਰੀਕਲਚਰ ਦੇ ਅੰਦਰ, ਚਾਹੇ ਉਹ ਆਪਣੀ ਐਗਰੀਕਲਚਰ ਨੂੰ ਸਰਵਾਈਵ ਕਰਨ ਲਈ ਅਮਰੀਕਾ ਵਰਗੇ ਵੀ ਸਬਸਿਡੀ ਦੇ ਰਹੇ ਆ, ਉਹਨਾਂ ਦੀ ਸਬਸਿਡੀ ਦੇਣ ਦਾ ਢੰਗ ਤਰੀਕਾ ਵੱਖਰਾ ਹੈ। ਉਹ ਸਬਸਿਡੀ ਨਾਟ ਟੂ ਪ੍ਰੋਡਿਊਸ ਵੀ ਦਿੰਦੇ ਹੈ। ਇੱਕ ਤਾਂ ਹੋ ਗਿਆ ਨਾ ਤੁਸੀਂ ਕੋਈ ਚੀਜ਼ ਪੈਦਾ ਕਰਾ ਰਹੇ ਹੋ ਤੁਸੀਂ ਫਸਲ, ਉਹਦੇ ਲਈ ਸਬਸਿਡੀ ਦੇਣੀ ਹੈ। ਉਹ ਨਾ ਪੈਦਾ ਕਰਨ ਲਈ ਵੀ ਵਿਹਲਾ ਰੱਖ ਲਓ ਖੇਤ ਨੂੰ, ਇਹਦੇ ਲਈ ਵੀ ਸਬਸਿਡੀ ਦਿੰਦੇ ਹੈ। ਅਤੇ ਉਹ ਸਾਰਾ ਪ੍ਰੈਸ਼ਰ ਜਿਹੜਾ ਹੈ ਇਹਨਾਂ 'ਤੇ ਸਾਰੇ ਸੰਸਾਰ 'ਚ ਜਿਹੜੀਆਂ ਪਾਲਿਸੀਆਂ 'ਤੇ ਮੋੜਾ ਦੇਣ ਲਈ ਉਹਨਾਂ ਆਰਗੇਨਾਈਜੇਸ਼ਨ ਰਾਹੀਂ ਪ੍ਰੈਸ਼ਰ ਪਾਉਂਦੇ ਹੈ। ਜਿੱਥੋਂ ਤੱਕ ਇਹ 3 ਐਗਰੀਕਲਚਰ ਦਾ ਮਤਲਬ ਬਿੱਲਾਂ ਦਾ ਸੰਬੰਧ ਹੈ, ਕਾਰਪੋਰੇਟ ਨੇ ਉਹਨਾਂ ਸੰਸਥਾਵਾਂ ਰਾਹੀਂ ਵੀ ਇਸ ਜਿਹੜਾ ਹੈ ਐਗਰੀਕਲਚਰ ਦੇ ਜਿਹਨੂੰ ਰਿਫਾਰਮ ਕਹਿੰਦੇ ਆ, ਰਿਫਾਰਮ ਦੇ ਨਾਂ 'ਤੇ ਜਿਹੜਾ ਐਗਰੀਕਲਚਰ ਨੂੰ ਡੈਮੇਜ ਕਰਨ ਲੱਗੇ ਹੈ, ਉਹਦੇ 'ਤੇ WTA ਦਾ ਆਪਣਾ ਇੱਕ ਰੋਲ ਹੈ। ਉਹ ਸੰਸਥਾ ਨੇ ਇਹਦਾ ਮੈਂਬਰ ਹੋਣ ਦੇ ਨਾਤੇ ਭਾਰਤ ਉਸ ਸੰਸਥਾ ਨੇ ਉਹਨਾਂ ਨੇ ਆਪਣੇ ਮੈਂਬਰ 'ਤੇ ਪ੍ਰਭਾਵ ਪਾ ਕੇ ਇਹ 3 ਖੇਤੀ ਦੇ ਕਾਨੂੰਨ ਜਿਹੜੇ ਲਿਆ ਕੇ ਉਹਦੇ ਅੰਦਰ ਆਪਣਾ ਇੱਕ WTA ਨੇ ਨੈਗੇਟਿਵ ਰੋਲ ਜਿਹੜਾ ਜਿਹਨੂੰ ਤੁਸੀਂ ਕਹੋਗੇ ਡਿਸਟ੍ਰਕਟਿਵ ਰੋਲ ਹੈ ਉਹ ਪਲੇ ਕੀਤਾ।